दर्शकों का प्रोग्राम USA टाइम्स ਵਿੱਚ बहुत स्वागत। दोस्तों हाज़र हाँ अज के 4-5 मुद्दे तुहाडे नाल साझे करने के लिए। अज एक मामला तो फूड स्टैंपां बारे तुहाडे नाल साझा करना। अमेरिका के फूड स्टैंपां दित्तियां जांदियां इस वेले जिन्हां नूं मिलदियां उन्हां नूं नहीं मिलणगीਆਂ की नुकसान किहदा किन्ना हो रहा गलबात करांगे। दूजा हवाना सिंड्रोम 2016 ਦੇ ਵਿੱਚ बहुत गलबात चली सी, ਉਹਦੇ बारे एक नवीं रिपोर्ट आई है। हवाना सिंड्रोम की है तो हुण की कहिंदे, ये गलबात करांगे। अमेरिका ਦੇ ਵਿੱਚ ਸ਼ੂਗਰ ਦੀ ਦਵਾਈ ਦੀ ਇੱਕ ਕੰਪਨੀ ਨੇ ਕੀਮਤ ਘਟਾਤੀ ਆ, ਲੱਖਾਂ ਲੋਕਾਂ ਨੂੰ ਫਾਇਦਾ ਹੋਣਾ ਇਹਦੇ ਨਾਲ। ਚੀਨ ਨੇ ਅਮਰੀਕਾ ਤੋਂ ਆਪਣੇ ਇੱਕ ਜਾਨਵਰ ਪੈਂਡਾ ਉਹਨੂੰ ਵਾਪਸ ਮੰਗਿਆ। ਟੈਨਸ਼ਨ ਦੋਵਾਂ ਦੇਸ਼ਾਂ ਤੇ ਗੱਲ ਇਸ ਵੇਲੇ ਜਾਨਵਰਾਂ ਤੱਕ ਆ ਗਈ ਹੈ। ਇਹ ਕੀ ਮਾਮਲਾ ਆ ਤੇ ਡੇਲਾਈਟ ਸੇਵਿੰਗ ਸੰਬੰਧੀ ਫੇਰ ਬਿੱਲ ਪੇਸ਼ ਕੀਤਾ ਗਿਆ ਆ। ਇਹ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਆਪਾਂ ਕਰਨੀਆਂ ਆ। ਸਭ ਤੋਂ ਪਹਿਲੀ ਗੱਲਬਾਤ ਜਿਹੜੀ ਇਸ ਵੇਲੇ ਚੱਲ ਰਹੀ ਆ ਕਿ ਜਿਹੜਾ ਵੱਡਾ ਮੁੱਦਾ ਇਸ ਵੇਲੇ ਫੂਡ ਸਟੈਂਪਾਂ ਦਾ। ਜਿਹੜੇ ਲੋ ਇਨਕਮ ਵਾਲੇ ਲੋਕ ਨੇ ਉਹ ਫੂਡ ਸਟੈਂਪਸ ਦੇ ਉੱਤੇ ਗੁਜ਼ਾਰਾ ਕਰਦੇ ਆ, ਉਹਦੇ ਨਾਲ ਉਹਨਾਂ ਦੀ ਮਦਦ ਹੁੰਦੀ ਆ। ਪੈਂਡੈਮਿਕ ਦੇ ਵਿੱਚ ਇਹਦੇ ਵਿੱਚ ਖਾਸ ਗੱਲਬਾਤ ਜਿਹੜੀ ਕੀਤੀ ਗਈ ਸੀ ਤੇ 30 ਮਿਲੀਅਨ ਦੇ ਕਰੀਬ ਅਮਰੀਕਨ ਨੇ ਜਿਨ੍ਹਾਂ ਦੇ ਉੱਤੇ ਹੁਣ ਦੇ ਫੈਸਲੇ ਨਾਲ ਅਸਰ ਪੈਣਾ ਆ। ਮੰਥਲੀ ਫੂਡ ਅਸਿਸਟੈਂਸ ਆ, ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਇਹ ਮਦਦ ਦਿੱਤੀ ਜਾਂਦੀ ਆ। ਤੇ ਹੁਣ ਜਿਹੜਾ ਸਰਕਾਰ ਫੈਸਲਾ ਕਰ ਰਹੀ ਆ ਜਾਂ ਕਰ ਦਿੱਤਾ 1 ਮਾਰਚ ਤੋਂ ਲਾਗੂ ਹੋ ਗਿਆ, ਇਹਦੇ ਨਾਲ 30 ਮਿਲੀਅਨ ਦੇ ਕਰੀਬ ਅਮਰੀਕਨਸ ਦੇ ਉੱਤੇ ਵੱਡਾ ਅਸਰ ਪੈ ਰਿਹਾ ਆ। 3 ਸਾਲ ਹੋ ਗਏ ਫੈਡਰਲ ਸਰਕਾਰ ਨੇ ਇੱਕ ਪੈਂਡੇਮਿਕ era ਪੇਮੈਂਟ ਸੀਗੀ, ਪੈਂਡੈਮਿਕ era ਜਿਹੜੀ ਪੇਮੈਂਟ ਸੀਗੀ ਉਹਨੂੰ ਮਾਰਚ 1 ਨੂੰ ਖਤਮ ਕਰ ਦਿੱਤਾ। ਲੋ ਇਨਕਮ ਫੈਮਲੀਜ਼ ਨੂੰ ਜਿਹੜੀ ਉਹਨਾਂ ਦਾ ਇੱਕ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਜਾਂ ਜਿਹਨੂੰ ਸਨੈਪ ਕਹਿੰਦੇ ਸੀ, ਉਹ ਖਤਮ ਹੋ ਗਿਆ। 18 ਸਟੇਟਾਂ ਨੇ ਪਹਿਲਾਂ ਹੀ ਇਹਨੂੰ ਖਤਮ ਕਰ ਦਿੱਤਾ। ਸਨੈਪ ਬੈਨੀਫਿਟਸ ਨੂੰ, ਜਿਹੜੇ ਐਕਸਟਰਾ ਸਨੈਪ ਬੈਨੀਫਿਟ ਸੀਗੇ ਉਹਨਾਂ ਨੂੰ, ਤੇ 12 ਮਿਲੀਅਨ ਅਮਰੀਕਨਸ ਦੇ ਉੱਤੇ ਅਸਰ ਪਿਆ। ਜਿਹੜੀਆਂ 32 ਸਟੇਟਸ ਬਾਕੀਆਂ ਹੈਗੀਆਂ ਉਹਨਾਂ ਦੇ ਜੁਰਿਸਡਿਕਸ਼ਨ ਦੇ ਵਿੱਚ ਐਵਰੇਜ ਹਾਊਸ ਹੋਲਡ ਦਾ $95 ਮਹੀਨੇ ਦਾ ਨੁਕਸਾਨ ਹੋਣਾ ਗਰੋਸਰੀ ਦੇ ਮਾਮਲੇ ਦੇ ਵਿੱਚ। ਤੇ ਜਿਹੜੀ ਸਟੱਡੀ ਸੈਂਟਰ ਔਨ ਬਜਟ ਐਂਡ ਪਾਲਿਸੀ ਪ੍ਰਾਇਓਰਿਟੀਜ਼ ਆ ਉਹਨਾਂ ਨੇ ਕੀਤੀ ਆ, ਕਈ ਸਾਰੇ ਫੈਕਟਰ ਦੇ ਆਧਾਰ ਦੇ ਉੱਤੇ ਫੈਮਿਲੀ ਦਾ ਸਾਈਜ਼ ਕੀ ਆ, ਉਹਨਾਂ ਦੀ ਇਨਕਮ ਕਿੰਨੀ ਆ ਤੇ ਰੈਸਿਪੀਐਂਟਸ ਕੌਣ ਨੇ, ਕਈ ਮਤਲਬ ਹਜ਼ਾਰਾਂ ਜਿਹੜੇ ਡਾਲਰ ਨੇ ਉਹ ਇਸ ਵੇਲੇ ਉਹਨਾਂ ਨੂੰ ਨਹੀਂ ਮਿਲ ਸਕਣੇ। ਇਹਦਾ ਅਸਰ ਸਾਰਿਆਂ ਦੇ ਉੱਤੇ ਹੀ ਪੈ ਰਿਹਾ ਆ। ਕਈ ਪਰਿਵਾਰ ਨੇ ਜਿਹਨਾਂ ਦੀ ਫਿਕਸ ਇਨਕਮ ਆ ਉਹਦੇ ਉੱਤੇ ਰਿਲਾਈ ਕਰਦੇ ਆ, ਤੇ ਜਿਵੇਂ ਇੱਕ ਪਰਿਵਾਰ ਆ ਉਹਨਾਂ ਦੇ ਵਿੱਚ 2 ਬੱਚੇ ਆ ਉਹਨਾਂ ਦੇ, ਤੇ ਜਦੋਂ ਇਹ ਬੈਨੀਫਿਟ ਉਹਨਾਂ ਨੂੰ ਮਿਲਦਾ ਆ ਸਨੈਪ ਬੈਨੀਫਿਟ ਦੇ ਥਰੂ, ਤਾਂ $960 ਤੋਂ ਲੈ ਕੇ $200 ਮਹੀਨੇ ਦਾ ਉਹਨਾਂ ਨੂੰ ਫਾਇਦਾ ਹੋ ਜਾਂਦਾ। ਤੇ ਜਦੋਂ ਉਹ ਕੱਟ ਲੱਗ ਗਿਆ ਉਹਦੇ ਤੋਂ ਬਾਅਦ ਇਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋ ਜਾਊਗਾ। ਦੂਜੀ ਸਮੱਸਿਆ ਇਹ ਹੈ ਕਿ ਇਸ ਵੇਲੇ ਮਹਿੰਗਾਈ 10.1% ਪਹਿਲਾਂ ਹੀ ਆ। ਲੇਬਰ ਸਟੈਟਿਕਸ ਜਿਹੜੇ ਆ ਉਹ ਦੱਸਦੇ ਆ ਕਿ ਜਿਹੜੇ ਸਟੈਪਲ ਫੂਡ ਆ ਜਿਵੇਂ ਬਟਰ ਆ, ਇਹਨਾਂ ਦੇ ਵਿੱਚ 31% ਤੇ ਬ੍ਰੇਕਫਾਸਟ ਸੀਰੀਅਲ ਤੇ ਬ੍ਰੈਡ ਜਿਹੜੀਆਂ 15% ਉੱਤੇ ਗਈਆਂ, ਜਿਹੜੀਆਂ ਕਿ ਸੋਚੀਆਂ ਵੀ ਨਹੀਂ ਜਾ ਸਕਦੀਆਂ। ਤੇ ਇਹੀ ਬਟਰ ਸੀਰੀਅਲ ਜਾਂ ਬ੍ਰੈਡ ਇਹੀ ਚੀਜ਼ ਇਹਨਾਂ ਲੋਕਾਂ ਨੂੰ ਚਾਹੀਦੀ ਆ। ਜਿਹੜੀ ਸਭ ਤੋਂ ਮਾੜੇ ਬੰਦੇ ਨੂੰ, ਸਭ ਤੋਂ ਗਰੀਬ ਬੰਦੇ ਨੂੰ ਜਿਹੜੀ ਚੀਜ਼ ਦੀ ਸਭ ਤੋਂ ਵੱਧ ਲੋੜ ਆ, ਉਹਦੀ ਸਭ ਤੋਂ ਵੱਧ ਕੀਮਤ ਵਧੀ ਹੈ। ਤੇ ਉੱਤੋਂ ਹੁਣ ਜਿਹੜਾ ਇਹ 3 ਸਾਲ ਦਾ ਸਟੇਪਲ ਬੈਨੀਫਿਟ ਸੀਗੇ ਇਹ ਖਤਮ ਹੋ ਜਾਣੇ ਆ। ਤੇ ਇਹਦੇ ਨਾਲ ਅਮਰੀਕਨਸ ਦੇ ਜਿਹੜੀ ਇੱਕ ਮਤਲਬ ਜਿਹੜੀ ਲਾਈਫ ਲਾਈਨ ਸੀ ਬਹੁਤ ਸਾਰੇ ਅਮਰੀਕਨ ਦੇ ਲਈ, ਉਹਦੇ ਉੱਤੇ ਅਸਰ ਪਊਗਾ। ਤੇ 4.2 ਮਿਲੀਅਨ ਲੋਕਾਂ ਨੂੰ ਪਾਵਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ 4th ਕੁਆਰਟਰ ਦੇ ਵਿੱਚ 2021 ਦੇ ਵਿੱਚ। ਜਿਹੜੀ ਅਰਬਨ ਇੰਸਟੀਚਿਊਟ ਦੀ ਸਟੱਡੀ ਸੀਗੀ, ਇਹ ਐਕਸਟਰਾ ਮਨੀ ਹਮੇਸ਼ਾ ਹੁਣ ਕਿਹਾ ਇਹ ਜਾ ਰਿਹਾ ਕਿ ਐਕਸਟਰਾ ਮਨੀ ਹਮੇਸ਼ਾ ਟੈਂਪਰੇਰੀ ਹੁੰਦੀ ਹੈ। ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਡਿਕਲੇਅਰ ਕੀਤਾ ਕਿ ਕੋਵਿਡ-19 ਦੀਆਂ ਜਿਹੜੀਆਂ ਪੈਂਡੈਮਿਕ ਦੀਆਂ ਪਾਲਿਸੀ ਸੀਗੀਆਂ ਉਹਨੂੰ ਅਸੀਂ ਖਤਮ ਕਰ ਦਿੱਤਾ, ਤੇ ਕੁਦਰਤੀ ਆ ਕਿ ਉਹ ਸਾਰੀਆਂ ਖਤਮ ਹੋ ਜਾਣੀਆਂ ਸੀ। ਜਿਹੜਾ ਟੈਂਪਰੇਰੀ ਬੈਨੀਫਿਟ ਸੀਗਾ ਉਹਨੂੰ ਹੁਣ ਕੀ ਪੱਕੇ ਗਾਂ ਪਰਮਾਨੈਂਟ ਬੈਨੀਫਿਟ ਦੇ ਵਿੱਚ ਬਦਲਿਆ ਜਾਂਦਾ ਜਾਂ ਨਹੀਂ ਬਦਲਿਆ ਜਾਂਦਾ, ਇਹ ਇੱਕ ਬਹੁਤ ਵੱਡਾ ਸਵਾਲ ਆ। ਤੇ ਉਹਦੇ ਉੱਤੇ ਹੀ ਨਿਰਭਰ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਕਿਸ ਤਰੀਕੇ ਦੇ ਨਾਲ ਸਰਵਾਈਵ ਕਰਦੇ ਆ। ਫੂਡ ਬੈਂਕ ਜਿਹੜੀ ਲਗਭਗ ਜਿਹੜੀ ਐਟਲਾਂਟਾ ਕਮਿਊਨਿਟੀ ਫੂਡ ਬੈਂਕ ਆ 6 ਲੱਖ ਬੰਦੇ ਨੂੰ ਕਵਰ ਕਰਦੀ ਆ। 29 ਕਾਉਂਟੀਜ਼ ਦੇ ਲੋਕ ਨੇ, 30% ਉਹਦੇ 'ਚ ਵਾਧਾ ਹੋ ਗਿਆ ਜਦੋਂ ਦਾ ਉਹਦੇ ਨਾਲ ਜਾਰਜੀਆ ਨੇ ਇਹਨੂੰ ਖਤਮ ਕੀਤਾ ਐਕਸਟਰਾ ਸਨੈਪਸ ਨੂੰ। ਮਤਲਬ ਇੱਕ ਸਟੇਟ ਦੇ ਵਿੱਚ ਜਦੋਂ ਇਹ ਐਕਸਟਰਾ ਸਨੈਪ ਦਾ ਬੈਨੀਫਿਟ ਖਤਮ ਹੋਇਆ, ਉਹਦੇ ਨਾਲ ਹੀ ਦੂਜੀ ਸਟੇਟ ਦੀ ਫੂਡ ਬੈਂਕ ਦੇ ਉੱਤੇ ਸਿੱਧਾ ਪ੍ਰੈਸ਼ਰ ਪੈ ਗਿਆ ਵੀ ਲੋਕ ਉੱਧਰ ਨੂੰ ਜਾਣਾ ਸ਼ੁਰੂ ਹੋ ਗਏ। ਗੱਲ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਆ ਕਿ ਅਮਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ, ਉੱਥੇ ਲੋਕ ਵੀ ਰੋਟੀ ਪਾਣੀ ਜਾਂ ਬ੍ਰੈਡ ਨੂੰ ਤਰਸਦੇ ਆ। ਪਰ ਇਹ ਸੱਚਾਈ ਵੀ ਆ ਕਿ ਕਿੰਨੀਆਂ ਫੂਡ ਬੈਂਕਾਂ ਨੇ ਉੱਥੇ ਜਿਹੜੀਆਂ ਲੋਕਾਂ ਨੂੰ ਫੀਡ ਕਰ ਰਹੀਆਂ ਨੇ, ਕਿੰਨੇ ਇਹਨਾਂ ਦੇ ਇਹ ਬੈਨੀਫਿਟ ਆ ਜਿਹੜੇ ਇਹਨਾਂ ਨੂੰ ਫੂਡ ਸਟੈਂਪਾਂ ਦੇ ਰੂਪ ਵਿੱਚ ਦੇਣੇ ਪੈਂਦੇ ਤਾਂ ਕਿ ਲੋਕ ਰੋਟੀ ਪਾਣੀ ਖਾਂਦੇ ਰਹਿਣ। ਇਹਨੂੰ ਖਤਮ ਹੋਣਾ ਇੱਕ ਬੜੀ ਵੱਡੀ ਸਮੱਸਿਆ ਮੈਜੋਰਿਟੀ
ਉਹ ਮੈਜੋਰਿਟੀ ਜਿਹੜੀ ਗਰੀਬੀ ਦੇ ਵਿੱਚ ਰਹਿੰਦੀ ਉਹਦੇ ਉੱਤੇ ਇਹਦਾ ਅਸਰ ਪਊਗਾ। ਅਗਲਾ ਮੁੱਦਾ ਦੋਸਤੋ ਹਵਾਨਾ ਸਿੰਡਰਮ ਦਾ। ਇਹਨੂੰ ਹਵਾਨਾ ਸਿੰਡਰਮ ਕਿਹਾ ਜਾਂਦਾ। ਇੱਕ ਟਰਮ ਆ ਜਿਹੜੀ ਯੂਜ਼ ਕੀਤੀ ਜਾਂਦੀ ਆ, ਇੱਕ ਨਿਊਰੋਲੋਜੀਕਲ ਸਿੰਪਟਮਸ ਹੁੰਦੇ ਆ ਜਿਹਦੇ 'ਚ ਬੰਦਾ ਬਿਮਾਰ ਹੋ ਜਾਂਦਾ। ਅਤੇ ਇਹਦਾ ਰੌਲਾ ਇਹ ਆ ਵੀ ਜਿਹੜੇ ਅਮਰੀਕਾ ਦੇ ਅਫੀਸ਼ੀਅਲ ਸੀਗੇ ਹਵਾਨਾ ਦੇ ਵਿੱਚ, ਕਿਊਬਾ ਦੀ ਕਿਸੇ ਸਮੇਂ ਅਮਰੀਕਾ ਨਾਲ ਸਿੱਧੀ ਲੱਗਦੀ ਰਹੀ ਆ, ਕਮਿਊਨਿਸਟ ਕੰਟਰੀ ਆ ਜਿਹੜਾ ਕਿਊਬਾ, ਉੱਥੇ ਹਵਾਨਾ ਦੇ ਵਿੱਚ 2016 ਦੇ ਵਿੱਚ ਜਿਹੜੇ ਅਮਰੀਕਾ ਦੇ ਅਫੀਸ਼ੀਅਲ ਸੀ, ਰਾਜਦੂਤ ਸੀ ਜਾਂ ਹੋਰ ਉੱਥੇ ਸੀਗੇ, ਉਹਨਾਂ ਨੂੰ ਇੱਕ ਬਿਮਾਰੀ ਹੋ ਗਈ ਸੀ। ਉਹ ਬਿਮਾਰੀ ਦਾ ਨਾਂ ਫਿਰ ਇਹਨਾਂ ਨੇ ਹਵਾਨਾ ਸਿੰਡਰਮ ਰੱਖਿਆ। ਉਹ ਜਿਹੜੇ ਹਵਾਨਾ ਸਿੰਡਰਮ ਜਿਹੜੇ ਆ ਉਹਦਾ ਮਤਲਬ ਕੀ ਸੀ ਕਿ ਉਹਦੇ ਨਾਲ ਇੱਕ ਤਾਂ ਉਲਟੀਆਂ ਹੋਣ ਲੱਗ ਜਾਂਦੀਆਂ ਸੀ, ਬੰਦਾ ਡਿਜ਼ੀਨੈਸ ਹੋ ਜਾਂਦੀ ਸੀ, ਸਿਰ ਦਰਦ ਕਰਦਾ ਸੀ, ਉਹਦੀ ਯਾਦਦਾਸ਼ਤ ਚਲੀ ਜਾਂਦੀ ਸੀ, ਉਹਨੂੰ ਸੁਣਨਾ ਬੰਦ ਹੋ ਜਾਂਦਾ ਸੀ। ਮਤਲਬ ਇੱਦਾਂ ਦੀਆਂ ਅਜੀਬ ਜਿਹੀਆਂ ਸਿੰਪਟਮ ਇਹ ਬੰਦਿਆਂ ਨੂੰ ਹੋਣ ਲੱਗ ਪਏ ਸੀ ਜਿਹੜੇ ਅਮਰੀਕਾ ਦੇ ਉੱਤੇ ਸੀਗੇ, ਅਤੇ ਇਹਨੂੰ ਫਿਰ ਹਵਾਨਾ ਸਿੰਡਰਮ ਦਾ ਨਾਂ ਦਿੱਤਾ ਗਿਆ ਸੀ। ਉਹਦੇ 'ਤੇ ਡਰ ਇਹ ਲੱਗਦਾ ਸੀ ਅੱਛਾ ਇਹ ਇਕੱਲੇ ਹਵਾਨਾ ਦੇ ਵਿੱਚ ਨਹੀਂ, ਕਈ ਦੇਸ਼ਾਂ ਦੇ ਵਿੱਚ ਹੋਇਆ, ਜਿਹੜੇ ਅਮਰੀਕਾ ਦੇ ਅਫੀਸ਼ੀਅਲ ਸੀ ਉਹਨਾਂ ਨੂੰ ਹੀ ਹੋਇਆ। ਅਤੇ ਇਹਦੇ ਉੱਤੇ ਫਿਰ ਸਵਾਲ ਬਹੁਤ ਸਾਰੇ ਉੱਠੇ ਸੀ ਵੀ ਇਹ ਕਿਹੜੀ ਗੱਲ ਹੋਈ ਜਿਹੜੀ ਅਮਰੀਕਾ ਦੇ ਵੱਡੇ ਅਧਿਕਾਰੀਆਂ ਨੂੰ ਹੀ ਦੂਜੇ ਦੇਸ਼ ਦੇ ਵਿੱਚ ਹੋ ਰਹੀ ਹੈ। ਅਤੇ ਡਰ ਇਹ ਸੀ ਵੀ ਕਿਸੇ ਦੇਸ਼ ਦੀ ਕੋਈ ਪਾਲਿਸੀ ਨਾ ਹੋਵੇ ਵੀ ਕਿ ਇਹਨਾਂ ਲੋਕਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ, ਜਾਂ ਇਹਨਾਂ ਨੂੰ ਇਹ ਜਿਹੜੇ ਅਨਯੂਜ਼ੂਅਲ ਸਿੰਪਟਮ ਆ ਇਹਦੇ ਨਾਲ ਜਾਣਬੁੱਝ ਕੇ ਇਹਨਾਂ ਨੂੰ ਮਤਲਬ ਸੋਨਿਕ ਵੈਪਨ ਜਾਂ ਇੱਦਾਂ ਦੀ ਗੱਲਬਾਤ ਚੱਲੀ ਸੀ ਵੀ ਇਹਨਾਂ ਨੂੰ ਨਿਸ਼ਾਨਾ ਬਣਾ ਕੇ ਕਿਸੇ ਤਰੀਕੇ ਦੇ ਨਾਲ ਬਿਮਾਰ ਕੀਤਾ ਜਾ ਰਿਹਾ। ਅਤੇ ਉਹ ਹੁਣ ਦੂਜੀਆਂ ਲੋਕੇਸ਼ਨ ਚੀਨ ਦੇ ਵਿੱਚ ਜਿਹੜੀਆਂ, ਰਸ਼ੀਆ ਦੇ ਵਿੱਚ, ਯੂਰਪ ਦੇ ਵਿੱਚ ਜਿਹੜੇ ਇਹ ਸਾਹਮਣੇ ਆਏ ਸੀ, ਤਾਂ ਇਹਦੀ ਫਿਰ ਇਹ ਨਿਊਰੋਲੋਜੀਕਲ ਡੈਮੇਜ ਵੀ ਬਹੁਤ ਹੋਇਆ ਸੀ ਉਹਨਾਂ ਲੋਕਾਂ ਨੂੰ ਜਿਹੜੇ ਅਫੀਸ਼ੀਅਲ ਸੀਗੇ। ਇਹ 'ਤੇ ਫਿਰ ਚਰਚਾ ਚੱਲੀ ਸੀ ਬਹੁਤ ਸਮੇਂ, ਅਤੇ ਅੱਜ 23 ਹੋ ਗਿਆ 2023, ਅਤੇ ਇਹਦੇ ਤੱਕ ਇਹਦੀਆਂ ਜਿਹੜੀਆਂ US ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਹਵਾਨਾ ਸਿੰਡਰਮ 'ਤੇ ਜਾਣਕਾਰੀ ਇਕੱਠੀ ਕਰਦੀਆਂ ਫਿਰਦੀਆਂ ਵੀ ਇਹ ਹੋਇਆ ਕੀ ਸੀ ਇਹ ਸਾਰੇ ਦੇ ਵਿੱਚ। ਸੋ ਇੱਕ ਮਿਸਟੀਰੀਅਸ ਬਿਮਾਰੀ, ਉਹਦੇ ਉੱਤੇ ਹੁਣ ਇੱਕ ਰਿਪੋਰਟ ਆਈ ਆ। ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਿਸੇ ਫੋਰਨ ਮਤਲਬ ਕਿਸੇ ਦੇਸ਼ ਦਾ ਜਾਂ ਉਹਨਾਂ ਦੇ ਵੀ ਨਿਸ਼ਾਨੇ ਤਹਿਤ ਨਹੀਂ ਇਹਨਾਂ ਨੂੰ ਇਹ ਬਿਮਾਰੀ ਲਾਈ ਗਈ, ਵੀ ਇਸ ਗੱਲ ਦੇ ਚਾਂਸ ਬਹੁਤ ਘੱਟ ਹੈ, ਜਿਹੜੀ ਹੁਣ ਲੈਸ ਲਾਈਕਲੀ ਉਹਨਾਂ ਨੇ ਕਿਹਾ ਜਿਹੜੀ ਇਹ ਬਿਮਾਰੀ ਲੱਗੀ ਸੀ, ਜਿਹੜੀ ਹੁਣ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਦੇ ਵਿੱਚ ਇਹ ਕਿਹਾ ਵੀ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਆ ਵੀ ਕਿਸੇ ਦੂਜੇ ਦੇਸ਼ ਨੇ ਜਾਣਬੁੱਝ ਕੇ ਅਮਰੀਕਾ ਦੇ ਨਾਲ ਅਧਿਕਾਰੀਆਂ ਨੂੰ ਬਿਮਾਰ ਕੀਤਾ ਹੋਵੇ। ਹੁਣ ਬੜੀ ਲੌਂਗ ਡਿਸਪਿਊਟਡ ਥਿਊਰੀ ਸੀ ਇਹ, ਜਿਹਦੇ ਨਾਲ ਸੈਂਕੜੇ ਹੀ ਅਮਰੀਕਾ ਦੇ ਜਿਹੜੇ ਪਰਸੋਨਲ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ, ਅਤੇ ਇੱਕ ਮਤਲਬ ਕਹਿ ਲਓ ਕਿ ਅਦਿੱਖ ਕਿਸੇ ਦੁਸ਼ਮਣ ਵੱਲੋਂ ਉਹਨਾਂ ਨੂੰ ਬਿਮਾਰ ਕੀਤਾ ਗਿਆ ਸੀ। ਅਤੇ ਇਸ ਮਾਮਲੇ ਦੇ ਵਿੱਚ ਜਿਹੜੀ ਹੁਣ ਨਵੀਂ ਇੰਟੈਲੀਜੈਂਸ ਅਸੈਸਮੈਂਟ ਆਈ ਆ, ਉਹਨਾਂ ਨੇ ਇਹ ਕਈ ਸਾਲ ਲੰਬੀ ਜਿਹੜੀ CIA ਅਤੇ ਦੂਜੀਆਂ US ਦੀਆਂ ਇੰਟੈਲੀਜੈਂਸ ਏਜੰਸੀਜ਼ ਆ, ਜਿਨ੍ਹਾਂ ਨੇ ਦੱਸਿਆ ਸੀ ਕਿ ਕਿੰਨੇ ਜਿਹੜੇ ਡਿਪਲੋਮੈਟਸ ਨੇ, ਇੰਟੈਲੀਜੈਂਸ ਆਫੀਸਰਸ ਨੇ ਜਿਹੜੇ US ਦੇ ਮਿਸ਼ਨਸ ਦੇ ਉੱਤੇ ਦੁਨੀਆ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਸਾਰਿਆਂ ਨੂੰ ਹੀ ਜਿਹੜੇ ਇਹ ਸਟਰੇਂਜ ਜਿਹੇ ਸਿੰਪਟਮ ਕਿਉਂ ਸਾਹਮਣੇ ਆਏ ਸੀ, ਉਹ ਜਿਹੜਾ ਮਿਸਟੀਰੀਅਸ ਟਰਾਮਾ ਸੀ ਉਹਦਾ ਮਤਲਬ ਉਹਨਾਂ ਦੇ ਕੈਰੀਅਰ ਦੇ ਉੱਤੇ ਅਸਰ ਪਿਆ ਸੀ, ਉਹਨਾਂ ਦੇ ਮੈਡੀਕਲ ਬਿੱਲ ਵੱਧ ਗਏ ਸੀ, ਉਹਨਾਂ ਦੀ ਫਿਜ਼ੀਕਲ ਇਮੋਸ਼ਨਲ ਸਫਰਿੰਗ ਹੋਈ ਸੀ, ਘਬਰਾ ਗਏ ਸੀ ਲੋਕ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਕੰਮ ਕਰਦੇ ਸੀ, ਇਹਦੇ ਵਿਕਟਮ ਬਣ ਗਏ ਸੀ। ਅਤੇ ਉਹਨੂੰ ਫਿਰ ਕਿਹਾ ਸੀ ਕਿ ਜਿਹੜੀਆਂ ਦੂਜੀਆਂ ਸਰਕਾਰਾਂ ਹੈਗੀਆਂ ਕਿਤੇ ਨਾ ਕਿਤੇ ਉਹਨਾਂ ਦਾ ਇਹਦੇ ਵਿੱਚ ਹੱਥ ਨਾ ਹੋਵੇ। ਹੁਣ ਜਿਹੜੀ ਅੱਜ ਇੰਟੈਲੀਜੈਂਸ ਰਿਪੋਰਟ ਆਈ ਆ 2 ਮਾਰਚ ਨੂੰ, ਉਹਦੇ ਵਿੱਚ 7 ਇੰਟੈਲੀਜੈਂਸ ਏਜੰਸੀ ਨੇ ਪਾਰਟੀਸਪੇਟ ਕੀਤਾ ਸੀ ਇਹਦੇ ਰਿਵਿਊ ਦੇ ਵਿੱਚ, ਔਰ 1000 ਦੇ ਕਰੀਬ ਕੇਸ ਇੱਦਾਂ ਦਾ ਹੋਇਆ ਸੀ, ਅਨੋਨੀਮਸ ਹੈਲਥ ਇੰਸੀਡੈਂਟਸ ਵਾਪਰੇ ਸੀ। ਸਰਕਾਰ ਇਹਨੂੰ ਮਤਲਬ ਇਹਨੂੰ ਇੱਕ ਬਹੁਤ ਸੀਰੀਅਸ ਤਰੀਕੇ ਨਾਲ ਉਹਨਾਂ ਨੇ ਲਿਆ ਸੀ, ਅਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਏਜੰਸੀ ਸੀਗੀਆਂ 5 ਏਜੰਸੀ ਸੀਗੀਆਂ ਜਿਹੜੀਆਂ, ਉਹਨਾਂ ਨੇ ਦੱਸਿਆ ਵੀ ਇਹ ਬਹੁਤ ਘੱਟ ਚਾਂਸ ਆ ਕਿ ਫੋਰਨ ਜਿਹੜੇ ਇਹਦੇ ਉੱਤੇ ਰਿਸਪੋਂਸੀਬਿਲਿਟੀ ਹੋਵੇ ਕੋਈ, ਚਾਹੇ ਉਹ ਕਿਸੇ ਪਰਪਸਫੁਲ ਐਕਸ਼ਨ ਦੇ ਲਈ ਜਾਂ ਜਾਣਬੁੱਝ ਕੇ ਇਹਨਾਂ ਨੂੰ ਇੱਦਾਂ ਕੀਤਾ ਹੋਵੇ, ਜਾਂ ਉਹਨਾਂ ਦੇ ਕੋਈ ਐਨਰਜੀ ਵੈਪਨ ਜਾਂ ਦੂਜੀਆਂ ਚੀਜ਼ਾਂ ਦੀ ਕੋਈ ਇੱਦਾਂ ਦੀ ਗੱਲਬਾਤ ਹੋਵੇ। ਇੱਕ ਏਜੰਸੀ ਜਿਹੜੀ ਹੈ ਉਹਦਾ ਨਾਂ ਨਹੀਂ ਦਿੱਤਾ ਗਿਆ, ਉਹਨਾਂ ਨੇ ਇਹ ਕਿਹਾ ਆ ਕਿ ਇਹ ਅਨਲਾਈਕਲੀ ਆ ਕਿ ਕੋਈ ਫੋਰਨ ਐਕਟਰ ਦਾ ਫਾਲਟ ਹੋਵੇ ਜਾਂ ਘੱਟ ਚਾਂਸਸ ਆ ਇਸ ਗੱਲ ਦੇ। ਸੋ ਇੱਕ ਬਹੁਤ ਲੰਬੇ ਸਮੇਂ ਤੋਂ 2016 ਦੀ ਚੱਲੀ ਆ ਰਹੀ ਗੱਲਬਾਤ, ਜਿਹਦੇ 'ਤੇ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਆ ਰਹੀ ਆ, ਉਹਦੇ ਵਿੱਚ ਹੁਣ ਪਤਾ ਲੱਗਿਆ ਕਿ ਥੋੜ੍ਹਾ ਜਿਹਾ ਘੱਟ ਚਾਂਸ ਆ ਕਿ ਕਿਸੇ ਨੇ ਜਾਣ ਬੁੱਝ ਕੇ ਅਮਰੀਕਾ ਦੇ ਅਫੀਸ਼ੀਅਲਸ ਨੂੰ ਬਿਮਾਰ ਕੀਤਾ ਹੋਵੇ। ਪਰ ਹਜੇ ਵੀ ਉਹ ਹਵਾਨਾ ਸਿੰਡਰਮ, ਕਿਉਂਕਿ ਕਿਊਬਾ ਹਵਾਨਾ ਦੇ ਵਿੱਚ ਸਭ ਤੋਂ ਪਹਿਲਾਂ ਹੋਈ ਸੀ, ਉਸ ਦੇ ਨਾਂ ਦੇ ਉੱਤੇ ਇਹਦਾ ਹਵਾਨਾ ਸਿੰਡਰਮ ਨਾਂ ਰੱਖ ਦਿੱਤਾ ਗਿਆ ਸੀ। ਪਰ ਫਿਰ ਵੀ ਹਜੇ ਵੀ ਲੋਕ ਇਹਦੇ ਉੱਤੇ ਚਿੰਤਾ ਜ਼ਰੂਰ ਪੈਦਾ ਕਰ ਰਹੇ ਕਿ ਗੱਲਬਾਤ ਸਾਰੀ ਸਾਹਮਣੇ ਆਉਂਦੀ ਵੀ ਇਹ ਹੋਇਆ ਕੀ ਸੀ।
ਅਮਰੀਕਾ ਦੇ ਵਿੱਚ ਡਾਇਬਟੀਜ਼ ਇੱਕ ਵੱਡੀ ਸਮੱਸਿਆ ਆ। ਜਿੱਦਾਂ ਮੋਟਾਪਾ ਉੱਥੇ ਦੀ ਇੱਕ ਵੱਡੀ ਸਮੱਸਿਆ, ਇਸੇ ਤਰ੍ਹਾਂ ਡਾਇਬਟੀਜ਼ ਵੀ ਵੱਡੀ ਸਮੱਸਿਆ ਹੈ। ਜੇ ਡਾਇਬਟੀਜ਼ ਆ ਤੇ ਉਹਦਾ ਫਿਰ ਇਲਾਜ ਵੀ ਕਰਾਉਣਾ ਪੈਂਦਾ, ਤੇ ਕਈ ਲੋਕ ਉਹ ਆ ਜਿਨ੍ਹਾਂ ਨੂੰ ਰੋਜ਼ ਇਨਸੂਲਿਨ ਦਾ ਟੀਕਾ ਲਾਉਣਾ ਪੈਂਦਾ ਜਾਂ ਇਨਸੂਲਿਨ ਲੈਣੀ ਪੈਂਦੀ ਆ। ਸ਼ੂਗਰ ਜਿਨ੍ਹਾਂ ਦੀ ਵੱਧਦੀ ਆ ਤੇ ਉਹਨਾਂ ਨੂੰ ਫਿਰ ਇਹਦੀ ਦਵਾਈ ਲੈਣੀ ਪੈਂਦੀ, ਤੇ ਦਵਾਈ ਮਹਿੰਗੀ ਬੜੀ ਆ। ਇਹ ਇੱਕ ਉੱਥੇ ਰਾਸ਼ਟਰੀ ਮੁੱਦਾ ਹੈ ਅਮਰੀਕਾ ਦੇ ਵਿੱਚ, ਫੈਡਰਲ ਲੈਵਲ ਦੇ ਉੱਤੇ ਇਹਦੇ ਉੱਤੇ ਗੱਲ ਹੁੰਦੀ ਆ ਬਈ ਇਹ ਇਨਸੂਲਿਨ ਜਾਂ ਜਿਹੜੀ ਡਾਇਬਟਿਕ ਡਰੱਗਸ ਨੇ ਇਹਨਾਂ ਦੀ ਕੀਮਤਾਂ ਘਟਾਈਆਂ ਜਾਣ। ਐਲੀ ਲਿਲੀ ਇੱਕ ਕੰਪਨੀ ਆ, ਉਹਨੇ ਅੱਜ ਅਨਾਊਂਸ ਕੀਤਾ ਕਿ ਉਹ ਆਪਣੀ ਜਿਹੜੀ ਪ੍ਰਸਕ੍ਰਾਈਬਡ ਇਨਸੂਲਿਨ ਆ ਉਹਨੂੰ 70% ਤੱਕ ਉਹਦੀ ਕੀਮਤ ਘੱਟ ਕਰ ਰਹੇ ਆ। ਤੇ ਜਿਹਨੇ ਇੱਕ ਮਤਲਬ ਪੂਰਾ ਕਹਿ ਲਓ ਵੀ ਬਹੁਤ ਵੱਡਾ ਇੱਕ ਸਵੀਪਿੰਗ ਮੂਵ ਆ ਇਹਦੇ ਉੱਤੇ, ਡਾਇਬਟੀਜ਼ ਦਾ ਇਲਾਜ ਕਰਾਉਣ ਦੀ ਜਿਹੜੀ ਵੱਡੀ ਕੇਅਰ ਆ ਉਹਦੇ ਉੱਤੇ। ਇਹਦੀ ਡਿਸੀਜਨ ਪਹਿਲਾਂ ਹੀ ਐਕਸਪੈਕਟ ਕੀਤਾ ਜਾ ਰਿਹਾ ਸੀ ਇਸ ਲਾਈਫ ਸੇਵਿੰਗ ਡਰੱਗ ਦੇ ਉੱਤੇ ਕਿ ਲੋਕ ਸੌਖੇ ਤਰ੍ਹਾਂ ਅਫੋਰਡ ਕਰ ਸਕਣ, ਹਰੇਕ ਬੰਦਾ ਇਹ ਦਵਾਈ ਲੈ ਸਕੇ ਤੇ ਆਪਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕੇ। 70 ਲੱਖ ਬੰਦਾ ਅਮਰੀਕਾ ਦੇ ਵਿੱਚ ਇਹੋ ਜਿਹਾ ਹੈ ਜਿਹਨੂੰ ਰੋਜ਼ ਇਹ ਟੀਕਾ ਲਾਉਣਾ ਪੈਂਦਾ ਆਪਣੇ ਸ਼ੂਗਰ ਵਾਲਾ, ਇਨਸੂਲਿਨ ਜਿਹਨੂੰ ਕਹਿੰਦੇ ਆ, ਮਤਲਬ ਡਾਇਬਟਿਕ ਨੇ ਉੱਥੇ ਅਮਰੀਕਾ ਦੇ ਵਿੱਚ। ਉਹ 70 ਲੱਖ ਬੰਦੇ ਨੂੰ ਹੁਣ ਇਹਦਾ ਸਿੱਧਾ ਅਸਰ ਪੈਣਾ। ਜਿਹੜੇ ਐਲੀ ਲਿਲੀ ਆ ਇਹ 3 ਪ੍ਰੋਡਕਟ ਇਨਸੂਲਿਨ ਦੇ ਵਿੱਚੋਂ ਇੱਕ ਆ ਯੂਨਾਈਟਿਡ ਸਟੇਟਸ ਦੇ ਵਿੱਚ, ਤੇ ਮੈਡੀਕਲ ਕੇਅਰ ਦੀ ਜਿਹੜਾ ਬੰਦੇ ਨੂੰ ਇਹ ਸ਼ੂਗਰ ਹੋਈ ਆ ਉਹ ਐਵਰੇਜ $10,000 $9,600 ਇੱਕ ਸਾਲ ਦਾ ਲੱਗ ਜਾਂਦਾ ਉਹਦਾ ਇਸ ਬਿਮਾਰੀ ਦੇ ਇਲਾਜ ਦੇ ਉੱਤੇ। ਇਹਨੂੰ ਜਿਨ੍ਹਾਂ ਨੂੰ ਇਹ ਬਿਮਾਰੀ ਹੋ ਜਾਂਦੀ ਆ, ਹੋਰ ਮਤਲਬ ਇਨਸੂਲਿਨ ਤੇ ਇਹ ਉਹ ਲਾ ਪਾ ਕੇ। ਹੁਣ ਜਿਹੜੀਆਂ ਅਮਰੀਕਨ ਡਾਇਬੈਟਿਕ ਐਸੋਸੀਏਸ਼ਨ ਆ ਉਹ ਇੱਕ ਪੋਲੀਟੀਕਲ ਇਸ਼ੂ ਬਣ ਗਿਆ ਉੱਥੇ ਕਿ ਇਸ ਚੀਜ਼ ਦੀ ਜਿਹੜੀ ਮਿਡਲ ਇਨਕਮ ਅਮਰੀਕਨਸ ਨੇ ਉਹ ਸਟਰਗਲ ਕਰ ਰਹੇ ਇਹਨੂੰ ਅਫੋਰਡ ਕਰਨ ਦੇ ਲਈ। ਵੀ $10,000 ਇੱਕ ਬੰਦੇ ਨੂੰ ਬਿਮਾਰੀ ਲੱਗ ਗਈ, ਉਹਦਾ ਨਜਾਇਜ਼ ਹੀ ਕਿਸੇ ਪਾਸਿਓਂ ਆਈ ਜਾਂਦਾ, ਲੱਗੀ ਜਾਂਦਾ ਹੈ ਜਿਹੜਾ। ਹੁਣ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਇਨਸੂਲਿਨ ਦੀ ਕਾਸਟ ਨੂੰ ਸੀਨੀਅਰਸ ਦੇ ਲਈ ਜਿਹੜੇ ਮੈਡੀਕੇਅਰ ਵਾਲੇ ਆ ਉਹਨਾਂ ਨੂੰ ਜਨਵਰੀ ਦੇ ਵਿੱਚ ਸ਼ੁਰੂ ਹੋ ਕੇ, ਤਾਂ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਇਹਦੀ ਖਾਸ ਤੌਰ ਤੇ ਸਿਫਤ ਕੀਤੀ ਹੈ ਐਲੀ ਲਿਲੀ ਦੀ, ਵੀ ਇੱਕ ਕੰਪਨੀ ਨੇ ਅਨਾਊਂਸਮੈਂਟ ਕੀਤੀ ਹੈ ਤੇ ਬਾਕੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੀ ਇਹਨੂੰ ਫੋਲੋ ਕਰਨਾ ਚਾਹੀਦਾ ਤੇ ਆਪਣੀਆਂ ਕੀਮਤਾਂ ਘਟਾ ਦੇਣੀਆਂ ਚਾਹੀਦੀਆਂ। ਪਿਛਲੇ ਸਾਲ ਉਹ ਕਹਿੰਦੇ ਅਸੀਂ ਇੱਕ ਲਾ ਸਾਈਨ ਕੀਤਾ ਸੀ ਕਿ ਇਨਸੂਲਿਨ ਦਾ ਕੈਪ $35 ਦੇ ਉੱਤੇ ਸੀਨੀਅਰਸ ਦੇ ਲਈ, ਤੇ ਉਹ ਕਹਿੰਦੇ ਮੈਂ ਫਾਰਮਾ ਕੰਪਨੀਆਂ ਨੂੰ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਜਿਹੜੇ ਪ੍ਰਾਈਸਿਸ ਆ ਉਹ ਡਾਊਨ ਲੈ ਕੇ ਆਓ ਤਾਂ ਕਿ ਹਰ ਇੱਕ ਬੰਦਾ ਇਹਦਾ ਇਲਾਜ ਕਰਾ ਸਕੇ। ਤੇ ਅੱਜ ਐਲੀ ਲਿਲੀ ਨੇ ਇਹ ਅਨਾਊਂਸਮੈਂਟ ਕਰ ਦਿੱਤੀ ਹੈ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਕਿਹਾ ਕਿ ਇੱਕ ਵੱਡੀ ਗੱਲ ਆ ਇੱਕ ਜਿਹੜੇ, ਤੇ ਦੂਜੇ ਮੈਨੂਫੈਕਚਰਰਸ ਨੂੰ ਵੀ ਇਹਨੂੰ ਫੋਲੋ ਕਰਨਾ ਚਾਹੀਦਾ। 2 ਹੋਰ ਉੱਥੇ ਮੇਜਰ ਇਨਸੂਲਿਨ ਪ੍ਰੋਡਿਊਸਰਸ ਨੇ, ਇੱਕ ਨੋਵੋ ਨੋਰਡਿਸਕ ਤੇ ਦੂਜਾ ਸੈਨੋਫੀ। ਉਹਨਾਂ ਨੇ ਹਜੇ ਤੱਕ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਕਿ ਉਹ ਐਲੀ ਲਿਲੀ ਨੂੰ ਫੋਲੋ ਕਰਨਗੇ ਤੇ ਆਪਣੀਆਂ ਕੀਮਤਾਂ ਨੂੰ ਥੱਲੇ ਲੈ ਕੇ ਆਉਣਗੇ। ਜਿਹੜੇ ਸਪੈਸ਼ਲਿਸਟ ਨੇ ਉੱਥੋਂ ਦੇ ਉਹ ਦੱਸ ਰਹੇ ਆ ਕਿ ਬੜਾ ਮੀਨਿੰਗਫੁਲ ਡਿਸੀਜਨ ਆ ਕੰਪਨੀ ਦਾ। ਇਹਦੇ ਨਾਲ ਜਿਹੜਾ 1 ਮਿਲੀਅਨ ਅਮਰੀਕਨ ਅਡਲਟ ਡਾਇਬਟਿਕਸ ਨੇ ਉਹਨਾਂ ਨੂੰ ਜਿਹੜੀ ਇਨਸੂਲਿਨ ਯੂਜ਼ ਕਰਨ ਦੇ ਵਿੱਚ ਹੋਰ ਫਾਇਦਾ ਹੋਊਗਾ। ਜਿਹੜੀਆਂ ਐਕਟਿਵਿਸਟ ਨੇ ਜਿਹੜੇ ਇਹਨੂੰ ਲਿਲੀ ਦੀ ਸ਼ਿਫਟ ਦੇ ਲਈ ਕੰਮ ਕਰ ਰਹੇ ਸੀ, ਉਹ ਇਹਦੇ ਉੱਤੇ ਉਹ ਇਹ ਵੀ ਕਹਿ ਰਹੇ ਸੀ ਕਿ ਜਿਹੜੀਆਂ ਕੀਮਤਾਂ ਨਜਾਇਜ਼ ਵਧਾਈਆਂ ਆ, ਵੀ ਕੰਪਨੀ ਨੂੰ ਦਵਾਈ ਤਾਂ ਉਹਨੇ ਦੀ ਪੈਂਦੀ ਨਹੀਂ, ਉਹਦੀ ਕੀਮਤ ਕਿੰਨੇ ਗੁਣਾ ਵੈਸੇ ਹੀ ਇਹਨਾਂ ਨੇ ਵਧਾ ਕੇ ਰੱਖੀ ਆ। ਤੇ ਇਸ ਗੱਲ ਕਰਕੇ ਹੁਣ ਇਹ ਜਿਹੜਾ ਇਹਨਾਂ ਦਾ ਡਿਸੀਜਨ ਆਇਆ ਕਿ ਅਸੀਂ ਇਹਦੀ ਕੀਮਤ ਘਟਾ ਦਿੱਤੀ ਹੈ, ਇਹਦੀ ਕਾਫੀ ਸਿਫਤ ਕੀਤੀ ਜਾ ਰਹੀ ਆ ਤੇ ਇਹਦੇ ਨਾਲ ਆਸ ਕੀਤੀ ਜਾਂਦੀ ਹੈ ਕਿ ਬਾਕੀ ਕੰਪਨੀਆਂ ਵੀ ਆਪਣੀ ਕੀਮਤ ਘਟਾਉਣਗੀਆਂ। ਤੇ ਅਮਰੀਕਾ ਦੇ ਵਿੱਚ ਇੱਕ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਰੋਜ਼ ਇਹ ਡਾਇਬਟੀਜ਼ ਦੀ ਬਿਮਾਰੀ ਦੇ ਕਰਕੇ ਇਨਸੂਲਿਨ ਦਾ ਇੰਜੈਕਸ਼ਨ ਲਾਉਂਦੇ ਆ, ਉਹਨਾਂ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪਊਗਾ। ਸੋ $82 ਤੋਂ $25 ਪਰ ਵਾਇਲ ਜੇਕਰ ਥੱਲੇ ਆ ਗਏ ਆ ਤੇ ਇਹ ਮਤਲਬ ਸਭ ਤੋਂ ਘੱਟ ਇਸ ਵੇਲੇ ਪ੍ਰਾਈਸ ਦੱਸਿਆ ਜਾ ਰਿਹਾ ਹੈ। ਤੇ ਇਹਦੇ ਨਾਲ ਕਾਫੀ ਵੱਡਾ ਲੋਕਾਂ ਨੂੰ ਫਾਇਦਾ ਇਸ ਚੀਜ਼ ਤੋਂ ਹੋਣ ਦੀ ਆਸ ਦੱਸੀ ਜਾ ਰਹੀ ਹੈ। ਤੇ ਬਾਕੀ ਜਿਹੜੀਆਂ ਕੰਪਨੀਆਂ ਉਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਕੀਮਤਾਂ ਘੱਟ ਕਰਨ ਤੇ ਇੱਕ ਵੱਡੇ ਲੋਕਾਂ ਦੇ ਵਰਗ ਦੇ ਉੱਤੇ ਇਹਦਾ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅਮਰੀਕਾ ਚੀਨ ਦਾ ਰਿਲੇਸ਼ਨਸ਼ਿਪ ਠੀਕ ਨਹੀਂ ਆ, ਆਪਾਂ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਹਾਂ ਤੇ ਹੁਣ ਇਹਨਾਂ ਦੀ ਗੱਲ ਆਪਸ 'ਚ ਖਹਿੰਦਿਆਂ ਦੀ ਜਾਨਵਰਾਂ ਦੇ ਉੱਤੇ ਆ ਚੁੱਕੀ ਆ। ਪੈਂਡਾ ਇੱਕ ਜਾਨਵਰ ਆ, ਤੁਸੀਂ ਜਾਣਦੇ ਆ, ਕਈ ਵਾਰੀ ਚਿੜੀਆਂ ਘਰਾਂ ਦੇ ਵਿੱਚ ਜ਼ੂ ਦੇ ਵਿੱਚ ਦੇਖਿਆ। ਤੇ ਚੀਨ ਤੋਂ ਕੁਝ ਅਮਰੀਕਾ ਨੇ ਜਾਨਵਰ ਉਧਾਰੇ ਲਏ ਸੀ ਜਾਂ ਲੋਨ ਦੇ ਉੱਤੇ ਕਹਿੰਦੇ ਸ਼ਾਇਦ ਲਏ ਸੀ। ਅਮਰੀਕਾ ਦੇ ਚਿੜੀਆਂ ਘਰਾਂ ਦੇ ਵਿੱਚ ਨੇ ਤੇ ਲੋਕ ਉੱਥੇ ਜਾ ਕੇ ਦੇਖਦੇ ਆ। ਹੁਣ 1.5 ਲੱਖ ਦੇ ਕਰੀਬ ਲੋਕਾਂ ਨੇ ਇਕੱਠੇ ਹੋ ਕੇ ਇੱਕ ਪਟੀਸ਼ਨ ਸਾਈਨ ਕੀਤੀ ਆ ਵੀ ਜਿਹੜਾ ਇਹ ਪੈਂਡਾ ਆ ਲੋਨ ਦੇ ਉੱਤੇ ਮੈਂਫਿਸ ਜ਼ੂ ਦੇ ਵਿੱਚ ਆ, ਇਹਨੂੰ ਵਾਪਸ ਚੀਨ ਨੂੰ ਵਾਪਸ ਕਰੋ। ਵੀ ਸਾਡੇ ਜਿਹੜੇ ਜਾਨਵਰ ਤੁਸੀਂ ਸਾਡੇ ਕੋਲੋਂ ਲਏ ਸੀ ਲੋਨ ਦੇ ਉੱਤੇ ਇਹ ਸਾਨੂੰ ਵਾਪਸ ਦਿਓ। ਰੌਲਾ ਇਹ ਆ ਵੀ ਉਹ ਕਹਿੰਦੇ ਇਹਨੂੰ ਮਿਸਟਰੀਟ ਕੀਤਾ ਜਾ ਰਿਹਾ
ਵੀ ਇਹਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਔਰ ਬਹੁਤ ਲੋਕ ਗੁੱਸੇ ਹੋਏ ਆ ਇਸ ਵੇਲੇ ਜਿਹੜੀ ਪੈਂਡਾ ਦੀ ਜਿਹੜੀ ਸਿਹਤ ਆ ਇਸ ਜਾਨਵਰ ਦੀ ਲੈ ਕੇ, ਤੇ ਔਰ ਉਹਦੀ ਸਿਹਤ ਦਾ ਖਰਾਬ ਹੋਣਾ, ਤੇ ਦੂਜੇ ਪਾਸੇ ਅਮਰੀਕਾ ਚੀਨ ਦੇ ਵਿੱਚ ਪੋਲੀਟੀਕਲ ਟੈਂਸ਼ਨ ਲਗਭਗ ਬਰਾਬਰ ਦੇ ਉੱਤੇ ਪਹੁੰਚੇ ਆ। ਪਟੀਸ਼ਨ ਸਟਾਰਟ ਕੀਤੀ ਹੈ ਇੱਕ pandavoice.org ਨੇ, ਤੇ ਉਹ ਇਹ ਕਹਿੰਦੇ ਆ ਵੀ ਇੱਕ ਇੰਟਰਨੈਸ਼ਨਲ ਗਰੁੱਪ ਆ ਜਿਹੜਾ ਬ੍ਰਿੰਗ ਹੋਮ ਯਾਯਾ ਐਂਡ ਲੀ ਦੋ ਵੱਡੇ ਪੈਂਡੇ ਨੇ, ਇਹਨਾਂ ਦੇ ਬਾਰੇ ਉਹ ਗੱਲਬਾਤ ਕਰ ਰਹੇ ਆ ਜਿਹੜੇ ਚੀਨ ਨੇ ਲੋਨ ਦਿੱਤੇ ਸੀ ਇਹਨਾਂ ਨੂੰ ਟਨੈਂਸੀ ਜ਼ੂ ਦੇ ਲਈ 20 ਸਾਲ ਪਹਿਲਾਂ। ਸੋ ਯਾਯਾ ਤੇ ਲੀ ਦੋ ਪੈਂਡਾ ਨੇ, ਇਹਨਾਂ ਨੂੰ ਕਹਿੰਦੇ ਵੀ ਵਾਪਸ, ਚੀਨ ਕਹਿੰਦਾ ਸਾਡੇ ਵਾਪਸ ਦਿਓ। ਚੀਨ ਨਹੀਂ ਅਸਲ 'ਚ ਕਹਿ ਰਿਹਾ, ਜਿਹੜੇ ਇਹਨਾਂ ਦੇ ਸਪੋਰਟਰ ਨੇ ਉਹ ਕਹਿ ਰਹੇ ਆ ਕਿ ਚੀਨ ਨੂੰ ਇਹ ਵਾਪਸ ਕਰੋ। ਚੀਨ ਨੇ ਇਹ ਲੋਨ ਦੇ ਉੱਤੇ US ਨੂੰ ਕਈ ਦਹਾਕੇ ਪਹਿਲਾਂ ਭੇਜੇ ਸੀ। ਡਿਪਲੋਮੈਟਿਕ ਟੂਲ ਸੀ ਜਿਹਦੇ ਨਾਲ ਦੋ ਦੇਸ਼ਾਂ ਦੇ ਵਿੱਚ ਜਿਹੜੀਆਂ ਟਾਈਜ਼ ਨੇ ਉਹ ਕਾਫੀ ਸਟਰੋਂਗ ਹੁੰਦੀਆਂ, ਪਰ ਇਕਨੋਮਿਕ ਕੰਪੀਟੀਸ਼ਨ ਉਸ ਤੋਂ ਬਾਅਦ ਜਿਹੜੀ ਆ ਰੀਸੈਂਟਲੀ ਜੋ ਕੁਝ ਹੋਇਆ ਵੀ ਇਹਨਾਂ ਦੇ ਗੁਬਾਰੇ ਚੀਨ ਦੇ ਇੱਧਰਲੇ ਪਾਸੇ ਆ ਗਏ, ਇਹਨਾਂ ਦੇ ਰਿਸ਼ਤੇ ਸਾਵੇਂ ਨਹੀਂ ਰਹੇ, ਤੇ ਇਹਦੇ 'ਚ ਟੈਨਸ਼ਨ ਆ ਗਈ ਹੈ। ਜਿਹੜਾ ਲੀ ਆ ਉਹ 24 ਸਾਲ ਓਲਡ ਮੇਲ ਜਾਇੰਟ ਪੈਂਡਾ ਆ, ਤੇ ਉਹਦੀ ਮੌਤ ਹੋ ਗਈ ਸੀ ਸਲੀਪ ਦੇ ਵਿੱਚ ਮੈਂਫਿਸ ਜ਼ੂ ਦੇ ਵਿੱਚ। ਇਹ ਫਰਵਰੀ ਦੇ ਵਿੱਚ ਅਨਾਊਂਸਮੈਂਟ ਹੋਈ ਸੀ। ਉਹ ਜਿਹੜੀ ਹੁਣ ਇੱਕ ਪੈਂਡਾ ਦੀ ਇੱਥੇ ਮੌਤ ਹੋਈ ਸੀ, ਉਹਦਾ ਕਾਰਨ ਨਹੀਂ ਸੀ ਪਤਾ ਲੱਗਾ। ਜਿਹੜੇ ਤਾਂ ਉਹ ਚਿੜੀਆ ਘਰ ਵਾਲੇ ਆ ਉਹ ਕਹਿੰਦੇ ਵੀ ਸਡਨ ਐਂਡ ਅਨਐਕਸਪੈਕਟਡ, ਵੀ ਸਾਨੂੰ ਨਹੀਂ ਸੀ ਪਤਾ ਕੀ ਗੱਲ ਹੋਈ, ਇਹਦੀ ਮੌਤ ਹੋ ਗਈ। ਦੂਜੇ ਪਾਸੇ ਜਿਹੜੇ ਉੱਥੇ ਵੈਟਨੇਰੀਅਨ ਨੇ ਜਾਂ ਹੋਰ ਲੋਕ ਨੇ ਉਹ ਕਹਿੰਦੇ ਸੀ ਵੀ ਇਹਦੀ ਮੌਤ ਦੇ ਕਾਰਨਾਂ ਦਾ ਪਤਾ ਲਾਓ। ਚੀਨ ਦੇ ਮੀਡੀਆ ਦੇ ਵਿੱਚ ਜਦੋਂ ਉਹਦੀ ਆਟੋਪਸੀ ਹੋਈ ਸੀ, ਉਹਦਾ ਪੋਸਟਮਾਰਟਮ ਹੋਇਆ ਸੀ, ਉਸ ਤੋਂ ਬਾਅਦ ਚੀਨ ਦੇ ਮੀਡੀਆ ਦੇ ਵਿੱਚ ਇਹ ਰਿਪੋਰਟ ਹੋਇਆ ਸੀ ਕਿ ਇਹ ਹਾਰਟ ਫੇਲਰ ਦੇ ਨਾਲ ਇਹਦੀ ਡੈਥ ਹੋਈ ਆ। ਤੇ ਜਿਹੜੇ ਐਨੀਮਲ ਰਾਈਟ ਗਰੁੱਪਸ ਨੇ ਉਹ ਕਲੇਮ ਕਰਦੇ ਸੀ ਕਿ ਮੈਂਫਿਸ ਜ਼ੂ ਨੇ ਮਿਸਟ੍ਰੀਟ ਕੀਤੇ ਇਹਨਾਂ ਦੋ ਪੈਂਡਾਸ ਨੂੰ, ਤੇ ਕਲੇਮ ਕੀਤਾ ਸੀ ਕਿ ਇਹਨੂੰ ਉਹਦੀ ਜਿਹੜੀ ਅਪੀਅਰੈਂਸ ਆ, ਉਹਦਾ ਸਾਰਾ ਕੁਛ ਆ, ਉਹਦੀ ਮਾਲ ਨਿਊਟ੍ਰੀਸ਼ਨ ਆ, ਖਾਣ ਨੂੰ ਪੂਰਾ ਨਹੀਂ ਦਿੱਤਾ ਗਿਆ, ਤੇ ਜਿੰਨਾ ਰੈਕਮੈਂਡ ਕੀਤਾ ਜਾਂਦਾ ਉਹ ਤੋਂ ਘੱਟ ਖਾਣ ਨੂੰ ਦਿੱਤਾ ਗਿਆ ਸੀ, ਤੇ ਜਿਹਦੇ ਨਾਲ ਜਿਹੜੀ ਉਹਦੀ ਕਰੋਨਿਕ ਸਕਿਨ ਤੇ ਹੋਰ ਪ੍ਰੋਬਲਮਸ ਆ ਗਈਆਂ ਸੀ। ਸੋ ਹੁਣ ਜ਼ੂ ਦੇ ਕਹਿਣ ਅਨੁਸਾਰ ਜਿਹੜੀ ਕੰਡੀਸ਼ਨ ਆ ਇਹ ਪੈਂਡਾਸ ਦੀ ਕੋਈ ਉਹਦੇ ਨਾਲ ਰਿਲੇਟਡ ਨਹੀਂ ਆ, ਪਰ ਐਕਸਪਰਟ ਇਸ ਵੇਲੇ ਕਹਿ ਰਹੇ ਆ ਕਿ ਇਹਦੀ ਕੰਡੀਸ਼ਨ ਜਿਹੜੀ ਆ ਮਤਲਬ ਠੀਕ ਨਹੀਂ ਆ। ਹੁਣ ਕੀ ਉਹ ਵਾਪਸ ਕਰਦੇ ਆ ਤੇ ਅੱਗੇ ਉਹ ਕੀ ਹਿਸਾਬ ਕਿਤਾਬ ਆਉਂਦਾ, ਇਹ ਦੇਖਣ ਵਾਲੀ ਗੱਲ ਆ, ਪਰ ਆਪਣੇ ਆਪ ਦੇ ਵਿੱਚ ਇਸ ਵੇਲੇ ਇਹ ਕਾਫੀ ਵੱਡਾ ਮਸਲਾ ਬਣਿਆ ਹੋਇਆ। ਅੱਜ ਦੀ ਆਖਰੀ ਗੱਲਬਾਤ ਦੋਸਤੋ ਡੇ ਲਾਈਟ ਸੇਵਿੰਗ ਦੇ ਨਾਲ ਸੰਬੰਧਿਤ ਆ। ਜਿਹੜੀ ਡੇ ਲਾਈਟ ਸੇਵਿੰਗ ਤੁਹਾਨੂੰ ਪਤਾ ਆਪਾਂ ਨੂੰ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਦੋ ਵਾਰੀ ਟਾਈਮ ਬਦਲਣਾ ਪੈਂਦਾ, ਨਵੰਬਰ ਦੇ ਵਿੱਚ ਤੇ ਮਾਰਚ ਦੇ ਵਿੱਚ, ਤੇ ਹੁਣ ਫਿਰ ਥੋੜ੍ਹੇ ਦਿਨ ਰਹਿ ਗਏ ਆ ਜਦੋਂ ਆਪਾਂ ਨੂੰ ਫਿਰ ਘੜੀ ਦੀਆਂ ਸੂਈਆਂ ਬਦਲਣੀਆਂ ਪੈਣੀਆਂ ਆ। ਸੋ ਅਮਰੀਕਾ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਹੈ, ਪਿਛਲੀ ਵਾਰੀ ਵੀ ਇਹ ਲਾਸਟ ਈਅਰ ਵੀ ਚੱਲੀ ਸੀ ਵੀ ਜਿਹੜੀ ਡੇ ਲਾਈਟ ਸੇਵਿੰਗ ਹੈ ਇਹਨੂੰ ਪਰਮਾਨੈਂਟ ਕਰ ਦਿੱਤਾ ਜਾਵੇ। ਹੁਣ ਉਹ ਜਿਹੜਾ ਬਿੱਲ ਸੀ ਉਹਨੂੰ ਸੈਨੇਟ ਦੇ ਵਿੱਚ ਦੁਬਾਰਾ ਰੀਇੰਟਰੋਡਿਊਸ ਕੀਤਾ ਗਿਆ। ਸੈਨੇਟਰ ਜਿਹੜੇ ਮਾਰਕੋ ਰੂਬੀਓ ਨੇ ਫਲੋਰੀਡਾ ਤੋਂ ਰਿਪਬਲਿਕਨ ਨੇ, ਇਹਨਾਂ ਨੇ ਇਹ ਸਨਸ਼ਾਈਨ ਪ੍ਰੋਟੈਕਸ਼ਨ ਐਕਟ ਪਿਛਲੇ ਸਾਲ ਵੀ ਕੀਤਾ ਸੀ ਉੱਥੇ, ਤੇ ਹੁਣ ਉਹਨਾਂ ਨੇ ਫੇਰ ਕੱਲ੍ਹ ਬੁੱਧਵਾਰ ਨੂੰ ਫੇਰ ਬਿੱਲ ਫਾਈਲ ਕੀਤਾ ਆ। ਉਹ ਇਹ ਕਹਿੰਦੇ ਆ ਕਿ ਡੇ ਲਾਈਟ ਸੇਵਿੰਗ ਟਾਈਮ ਪਰਮਾਨੈਂਟ ਕਰ ਦਿੱਤਾ ਜਾਵੇ। ਇਸ ਵੇਲੇ ਤੱਕ ਜਿਹੜਾ ਬਿੱਲ ਆ ਸਨਸ਼ਾਈਨ ਪ੍ਰੋਟੈਕਸ਼ਨ ਐਕਟ ਆਫ 2023 ਜਿਹੜਾ ਬਾਈਪਾਰਟੀਸਨ ਸਪੋਰਟ ਆ ਇਹਨੂੰ ਸੈਨੇਟ ਦੇ ਵਿੱਚ, ਤੇ ਇਹਦੀ ਜਿਹੜੀ ਕਮੇਟੀ ਆ ਉਹ ਇਹਦੇ 'ਤੇ ਫੈਸਲਾ ਲਊਗੀ। ਜਿਹੜਾ ਇਹ ਰਵਾਇਤ ਆ ਸਾਲ ਦੇ ਵਿੱਚ ਦੋ ਵਾਰੀ ਟਾਈਮ ਚੇਂਜ ਕਰਨ ਦੀ, ਇਹ ਸੈਨੇਟਰ ਰੂਬੀਓ ਦੇ ਕਹਿਣ ਅਨੁਸਾਰ ਕਿ ਇਹ ਇੱਕ ਬਹੁਤ ਮਾੜੀ ਗੱਲ ਆ। ਇਹ ਰਿਚੁਅਲ ਆਫ ਚੇਂਜਿੰਗ ਟਾਈਮ ਇਜ਼ ਸਟੂਪਿਡ, ਇਹ ਸ਼ਬਦ ਉਹਨਾਂ ਨੇ ਅਸਲ ਦੇ ਵਿੱਚ ਵਰਤੇ ਆ ਵੀ ਲੋਕਾਂ ਨੂੰ ਐਵੇਂ ਬੇਵਕੂਫ ਬਣਾਈ ਜਾਂਦੇ, ਕਦੇ ਘੜੀਆਂ ਪਿੱਛੇ ਕਰ ਲਓ, ਕਦੇ ਘੜੀਆਂ ਅੱਗੇ ਕਰ ਲਓ, ਇਹਨੂੰ ਇੱਕ ਥਾਂ 'ਤੇ ਰਹਿਣ ਦੇਣਾ ਚਾਹੀਦਾ। ਤੇ ਕਿੰਨੇ ਜਿਹੜਾ ਡਾਲਰਾਂ ਦਾ, ਲੱਖਾਂ ਡਾਲਰਾਂ ਦਾ ਨੁਕਸਾਨ ਹੁੰਦਾ, ਤੇ ਉਹ ਜਿਹੜਾ ਟਾਈਮ ਟੂਮ ਸਾਰਾ ਕੁਛ ਬਦਲਣਾ ਪੈਂਦਾ। ਸੋ ਜਿਹੜਾ ਇਹ ਸਨਸ਼ਾਈਨ ਪ੍ਰੋਟੈਕਸ਼ਨ ਐਕਟ ਆ, ਜਿਹੜਾ ਬਿੱਲ ਇੰਟਰੋਡਿਊਸ ਪਿਛਲੇ ਸਾਲ ਕੀਤਾ ਸੀ, ਲਗਭਗ ਉਹਦੇ ਵਰਗਾ ਆ। ਤੇ ਜੇ ਇਹ ਪਾਸ ਹੋ ਗਿਆ ਤਾਂ ਫਿਰ ਆਪਾਂ ਐਤਕੀ ਮਾਰਚ ਦੇ ਵਿੱਚ ਆਖਰੀ ਵਾਰੀ ਅਮਰੀਕਾ ਦੇ ਵਿੱਚ ਕਲੌਕ ਚੇਂਜ ਹੋਣਗੇ, ਤੇ ਡੇ ਲਾਈਟ ਸੇਵਿੰਗ ਟਾਈਮ ਸ਼ੁਰੂ ਹੋਣਾ ਆ ਜਦੋਂ, ਤੇ ਇਹ ਫਿਰ ਚੇਂਜ ਨਹੀਂ ਹੋਊਗਾ ਅੱਗੇ ਜਾ ਕੇ ਨਵੰਬਰ ਦੇ ਵਿੱਚ, ਜਾਂ ਉਹਦੇ ਤੋਂ ਅੱਗੇ ਇਸੇ ਤਰ੍ਹਾਂ ਹੀ ਰਹੂਗਾ। ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਇਹ ਗੱਲਬਾਤ ਚੱਲਦੀ ਆ, ਸਾਰੀ ਦੁਨੀਆ ਦੇ ਵਿੱਚ ਟਾਈਮ ਨਹੀਂ ਚੇਂਜ ਹੁੰਦਾ, ਕੁਝ ਦੇਸ਼ਾਂ ਦੇ ਵਿੱਚ ਟਾਈਮ ਚੇਂਜ ਹੁੰਦਾ ਆ। ਤੇ ਜਿੱਥੇ ਹੁਣ ਇੱਥੇ ਹੁੰਦਾ, ਜਿੱਥੇ ਅਮਰੀਕਾ ਦੇ ਵਿੱਚ ਗੱਲਬਾਤ ਚੱਲਦੀ, ਕੈਨੇਡਾ ਦੇ ਕਈ ਪ੍ਰੋਵਿੰਸਿਸ ਦੇ ਵਿੱਚ ਵੀ ਇੱਦਾਂ ਦੇ ਐਕਟ ਆਏ ਆ, ਤੇ ਲੱਗਦਾ ਹੈ ਕਿ ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਪਾਸ ਹੋ ਜਾਣਾ। ਤੇ ਜੇ ਅਮਰੀਕਾ ਦੇ ਵਿੱਚ ਪਾਸ ਹੋ ਜਾਂਦਾ ਤਾਂ ਇਹਦਾ ਅਸਰ ਕੈਨੇਡਾ ਤੇ ਜਾਂ ਇਹਦੇ ਨਾਲ ਜੁੜੇ ਦੇਸ਼ਾਂ ਦੇ ਉੱਤੇ ਸਿੱਧਾ ਹੀ ਪਊਗਾ। ਜਿਹੜੀ US ਦੇ ਵਿੱਚ ਡੇ ਲਾਈਟ ਸੇਵਿੰਗ ਸੀ, ਦੱਸਦੇ ਆ ਕਿ 1918 ਤੋਂ ਅਬਜ਼ਰਵ ਕੀਤਾ ਜਾਂਦਾ,
ਤੇ ਰੀਪੀਲਡ ਕੀਤਾ ਸੀ 1919 ਦੇ ਵਿੱਚ, ਕਿਉਂਕਿ ਇਹ ਪਹਿਲੀ ਵਾਰੀ ਜਿਹੜਾ ਵਾਰ ਟਾਈਮ ਮੈਜਰ ਸੀਗਾ ਤੇ 1992 ਦੇ ਵਿੱਚ ਵਰਲਡ ਵਾਰ 2 ਦੇ ਦੌਰਾਨ ਡੇਲਾਈਟ ਸੇਵਿੰਗ ਟਾਈਮ ਜਿਹੜਾ ਫਿਰ ਰੀਸਟਾਰਟ ਕਰ ਦਿੱਤਾ ਗਿਆ ਸੀ। ਤੇ ਇਹ 1966 ਤੱਕ ਫਿਰ ਜਦੋਂ ਕਾਂਗਰਸ ਨੇ ਪਾਸ ਕੀਤਾ ਯੂਨੀਫਾਰਮ ਟਾਈਮ ਐਕਟ ਤੇ ਬਾਈ ਐਨੂਅਲ ਕਲੌਕ ਚੇਂਜਿੰਗ ਇੱਕ ਜਿਹੜਾ ਨੋਰਮ ਬਣ ਗਿਆ ਸੀ, ਉਹਦੇ ਤੋਂ ਬਾਅਦ ਸੋ ਥੋੜ੍ਹਾ ਸਮਾਂ ਬਾਅਦ ਅਮਰੀਕਾ ਨੇ ਟਰਾਈ ਕੀਤਾ ਕਿ ਡੇਲਾਈਟ ਸੇਵਿੰਗ ਟਾਈਮ ਪਰਮਾਨੈਂਟ ਕਰ ਦਿੱਤਾ ਜਾਵੇ ਨੈਸ਼ਨਲ ਐਨਰਜੀ ਕ੍ਰਾਈਸਿਸ ਦੇ ਤਹਿਤ 1973 ਦੇ ਵਿੱਚ। ਅਮਰੀਕਾ ਨੇ ਸੋਚਿਆ ਸੀ ਕਿ ਇਹਨਾਂ ਦਾ ਪਲਾਨ ਜਿਹੜਾ ਹੈਗਾ ਇਸ ਟਾਈਮ ਦੇ ਉੱਤੇ ਜਿਹੜਾ ਮਤਲਬ ਲੋਕਾਂ ਦੇ ਲਈ ਅਨਫੇਵਰੇਬਲ ਹੋ ਜਾਊਗਾ, ਪਰ ਉਹ ਗੱਲਬਾਤ ਸਿਰੇ ਨਹੀਂ ਚੜ੍ਹੀ, ਹਜੇ ਤੱਕ ਇਹ ਸਾਰਾ ਕੁਝ ਚੱਲੀ ਆਉਂਦਾ। ਤੇ ਜੇ ਇਹ ਗੱਲਬਾਤ ਹੁਣ ਇਸ ਵਾਰੀ ਪਾਸ ਹੋ ਜਾਂਦੀ ਹੈ ਤਾਂ ਹੋ ਸਕਦਾ ਮਾਰਚ ਦੇ ਵਿੱਚ ਅਸੀਂ ਆਖਰੀ ਵਾਰੀ ਇਹ ਘੜੀ ਦੀਆਂ ਸੂਈਆਂ ਨੂੰ ਬਦਲੀਏ। ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਆਪਾਂ ਕੱਲ ਦੇ ਕੁਝ ਨਵੇਂ ਮਸਲਿਆਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।